ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜੀ ਅਖੀਰਲੇ ਚੈਪਟਰ 'ਤੇ ਪਹੁੰਚ ਗਏ ਹਾਂ, ਹਮ ਹਿੰਦੂ ਨਹੀਂ ਕਿਤਾਬ ਦੇ। ਉਸ ਚੈਪਟਰ ਦਾ ਨਾਮ ਹੈਗਾ ਸੰਸਕਾਰ ਔਰ ਚਿੰਨ੍ਹ। 13 ਦੇ ਕਰੀਬ ਰਹਿ ਗਏ ਆ ਆਪਣੇ ਪੇਜ। ਇਸ ਤੋਂ ਬਾਅਦ ਜਿਹੜੀ ਆ ਆਪਣੀ ਇਹ ਕਿਤਾਬ ਜਿਹੜੀ ਆ ਉਹ ਕੰਪਲੀਟ ਹੋ ਜੂਗੀ। ਇਹਦੇ ਵਿੱਚ ਦੇਖਦੇ ਹਾਂ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਕੀ ਲਿਖਿਆ ਵਾ। ਪਿਆਰੇ ਹਿੰਦੂ ਭਾਈ ਸਾਹਿਬ, ਉੱਪਰ 13 ਅੰਗਾਂ ਵਿੱਚ ਕਹੇ ਹੋਏ ਧਾਰਮਿਕ ਨਿਯਮਾਂ ਤੋਂ ਭਿੰਨ ਆਪਦੇ ਔਰ ਸਾਡੇ ਸੰਸਕਾਰ ਆਪਸ ਵਿੱਚ ਦਿਨ ਰਾਤ ਦਾ ਭੇਦ ਰੱਖਦੇ ਹਨ ਔਰ ਸਿੱਖ ਧਰਮ ਦੇ ਚਿੰਨ੍ਹ ਆਪ ਨਾਲੋਂ ਜੁਦੇ ਹੀ ਨਹੀਂ ਸਗੋਂ ਵਿਰੁੱਧ ਹਨ। ਔਰ ਅਸੀਂ ਆਪਣੇ 4 ਸੰਸਕਾਰ ਅਰਥਾਤ ਜਨਮ, ਅੰਮ੍ਰਿਤ, ਆਨੰਦ, ਚਲਾਣਾ ਗੁਰਮਰਿਆਦਾ ਅਨੁਸਾਰ ਕਰਦੇ ਹਾਂ, ਜਿਸ ਵਿੱਚ ਹਿੰਦੂ ਮਤ ਦਾ ਜ਼ਰਾ ਵੀ ਦਖਲ ਨਹੀਂ। ਹੁਣ ਆਪ ਇਹਨਾਂ ਸਭਨਾਂ ਬਾਤਾਂ ਪਰ ਵਿਚਾਰ ਕਰਕੇ ਦੇਖ ਸਕਦੇ ਹੋ ਕਿ ਸਾਡਾ ਹਮ ਹਿੰਦੂ ਨਹੀਂ ਕਹਿਣਾ ਠੀਕ ਹੈ ਜਾਂ ਨਹੀਂ। ਹਿੰਦੂ, ਤੁਸੀਂ ਆਪਣੇ ਸੰਸਕਾਰ ਧਿੱਗੋ ਜ਼ੋਰੀ ਅਲੱਗ ਬਣਾ ਲਏ ਹਨ। ਗੁਰੂ ਸਾਹਿਬ ਦਾ ਕਿਤੇ ਹੁਕਮ ਨਹੀਂ ਕਿ ਸਿੱਖ ਹਿੰਦੂ ਸ਼ਾਸਤਰਾਂ ਅਨੁਸਾਰ ਸੰਸਕਾਰ ਨਾ ਕਰਨ ਔਰ ਆਪਣੀ ਵੱਖਰੀ ਗੁਰਮਰਿਆਦਾ ਥਾਪ ਲੈਣ। ਔਰ ਜੋ ਤੁਸੀਂ ਵਿਆਹ ਪਰ ਛੰਦ, ਘੋੜੀਆਂ, ਲਾਵਾਂ ਆਦਿਕ ਪੜ੍ਹਦੇ ਹੋ, ਉਹਨਾਂ ਵਿੱਚ ਕੇਵਲ ਪਰਮਾਰਥ ਦੀਆਂ ਗੱਲਾਂ ਹਨ, ਉਹ ਵਿਵਹਾਰ ਵਾਸਤੇ ਨਹੀਂ। ਖਾਲਸਾ ਜੀ, ਇਹ ਚੀਜ਼ ਜਿਹੜੀ ਆ ਇਹ ਬਹੁਤ ਵਾਰੀ ਆਉਂਦੀ ਆ। ਇਹ ਕਹਿ ਦਿੱਤਾ ਜਾਂਦਾ ਵਾ ਕਿ ਜਿਹੜੀ ਮਰਿਆਦਾ ਆਪਾਂ ਮੰਨਦੇ ਹਾਂ ਨਾ, ਚਾਹੇ ਉਹ ਬਾਣੀਆਂ ਪੜ੍ਹਨੀਆਂ ਹੋਣ, ਚਾਹੇ ਉਹ ਅੰਮ੍ਰਿਤ ਵੇਲਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੋਵੇ, ਲੋਕ ਕਹਿ ਦਿੰਦੇ ਆ ਕਿ ਸਿੱਖਾਂ ਨੇ ਇਹ ਆਪਣੇ ਵੱਲੋਂ ਬਣਾਤੀਆਂ, ਗੁਰੂ ਸਾਹਿਬ ਦਾ ਹੁਕਮ ਨਹੀਂ ਹੈਗਾ ਇਹ ਚੀਜ਼ਾਂ ਕਰਨ ਦਾ। ਅਤੇ ਹੋਰ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਬਾਹਲੇ ਸਿਆਣੇ ਆ, ਉਹ ਕਹਿੰਦੇ ਆ ਕਿ ਜੀ ਦੇਖੋ ਜਿਹੜੀ ਮਰਿਆਦਾ ਬਣੀ ਆ ਨਾ, ਇਹ 1940 ਦੇ ਕਰੀਬ ਬਣੀ ਆ ਅਤੇ ਉਸ ਦਹਾਕੇ ਦੇ ਵਿੱਚ ਫਾਈਨਲਾਈਜ਼ ਹੋਈ ਆ। ਉਸ ਤੋਂ ਪਹਿਲਾਂ ਸਿੱਖਾਂ ਦੀ ਕੋਈ ਮਰਿਆਦਾ ਨਹੀਂ ਸੀ। ਬਈ ਦੇਖੋ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ 1940 ਦੇ ਦਹਾਕਿਆਂ ਦੇ ਦਰਮਿਆਨ ਸਿੱਖਾਂ ਦਾ ਕੋਈ ਨਿਯਮ ਹੀ ਨਹੀਂ ਸੀਗਾ। 1699 ਵਿੱਚ ਗੁਰੂ ਸਾਹਿਬ ਨੇ ਜਦੋਂ ਖਾਲਸਾ ਪੰਥ ਸਾਜਿਆ, ਅੰਮ੍ਰਿਤ ਤਿਆਰ ਕੀਤਾ ਵਾ, ਉਸ ਤੋਂ ਬਾਅਦ 'ਚੋਂ ਕਿਸੇ ਨੇ ਅੰਮ੍ਰਿਤ ਹੀ ਨਹੀਂ ਬਣਾਇਆ। ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਅੰਮ੍ਰਿਤ ਕਿਵੇਂ ਬਣਾਉਣਾ ਵਾ, ਉਹਨਾਂ ਨੂੰ ਮਰਿਆਦਾ ਵੀ ਨਹੀਂ ਪਤਾ ਸੀ ਕਿ ਕਿਵੇਂ ਬਣਾਉਣੀ ਆ। ਇੰਨੀਆਂ ਬੇਤੁਕੀਆਂ ਕਰਦੇ ਆ ਨਾ ਲੋਕ ਗੱਲਾਂ ਕਿ ਉਹਦੀ ਕੋਈ ਹੱਦ ਨਹੀਂ ਹੈਗੀ। ਤੁਸੀਂ ਐਂ ਕਰੋ, ਜੇ ਮਰਿਆਦਾ ਬਾਰੇ ਜ਼ਿਆਦਾ ਜਾਣਨਾ ਨਾ, ਤਾਂ ਪਿਆਰਾ ਸਿੰਘ ਪਦਮ ਹੋਣਾ ਨੇ ਨਾ ਇੱਕ ਕਿਤਾਬ ਜਿਹੜੀ ਆ ਉਹ ਐਡਿਟ ਕੀਤੀ ਸੀ, ਉਹ ਸੀਗੀ ਰਹਿਤਨਾਮੇ। ਰਹਿਤਨਾਮੇ 'ਚ ਕੀ ਆ ਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਸਿੰਘਾਂ ਨੇ ਰਹਿਤਨਾਮੇ ਲਿਖੇ ਸੀ ਨਾ, ਅਲੱਗ-ਅਲੱਗ ਸਿੱਖਾਂ ਨੇ, ਉਹ ਸਾਰੇ ਭਾਈ ਸਾਹਿਬ ਨੇ ਉਹਦੇ ਵਿੱਚ ਲਿਖੇ ਹੋਏ ਆ, ਪਿਆਰਾ ਸਿੰਘ ਪਦਮ ਹੋਣਾ ਨੇ। ਅਤੇ ਜਿੱਥੇ ਕਿਤੇ ਵੀ ਲੱਗਦਾ ਵਾ ਕਿ ਇਹ ਚੀਜ਼ ਥੋੜ੍ਹੀ ਜਿਹੀ ਅਲੱਗ ਆ, ਜਾਂ ਫਿਰ ਕਹਿ ਲਓ ਕਿ ਇਹਦਾ ਭਾਵ ਅਰਥ ਕੀ ਆ, ਜਾਂ ਫਿਰ ਕਹਿ ਲਓ ਕਿ ਇਸ ਸ਼ਬਦ ਦਾ ਮਤਲਬ ਕੀ ਆ, ਉਹ ਉਹਨਾਂ ਨੇ ਫਿਰ ਫੁੱਟਨੋਟ ਦੇ ਵਿੱਚ ਲਿਖਿਆ ਹੋਇਆ। ਇੰਟਰੋਡਕਸ਼ਨ ਵੀ ਉਹਨਾਂ ਨੇ ਕਾਫੀ ਵੱਡਾ ਲਿਖਿਆ ਹੋਇਆ। ਬਰੀਫਲੀ ਰਹਿਤਨਾਮਿਆਂ ਬਾਰੇ ਗੱਲ ਕੀਤੀ ਆ, ਕਿਵੇਂ ਓਰੀਜਨ ਦੇ ਵਿੱਚ ਆਏ ਉਹ ਲਿਖਿਆ ਵਾ। ਉਹ ਪੜ੍ਹਨ ਵਾਲੀ ਆ ਕਿਤਾਬ। ਅਤੇ ਜਿਹੜੀ 1940 ਦੀ ਗੱਲ ਕਰਦੇ ਨਾ ਕਿ 1940 ਦੇ ਵਿੱਚ ਬਣੀ ਸੀਗੀ ਮਰਿਆਦਾ, ਉਹ ਜਿਹੜੇ ਪੁਰਾਤਨ ਆਪਣੇ ਸੀਗੇ ਨਾ ਰਹਿਤਨਾਮੇ, ਉਹਨਾਂ ਤੋਂ ਦੇਖ ਕੇ ਬਣਾਈਆਂ ਸੀਗੀਆਂ। ਹੁਣ ਤੁਸੀਂ ਦੇਖੋ, ਰਹਿਤਨਾਮਿਆਂ ਦੇ ਵਿੱਚ ਬਹੁਤ ਕੁਛ ਲਿਖਿਆ ਹੁੰਦਾ ਕਿ ਇਹ ਚੀਜ਼ ਕਰਨੀ, ਉਹ ਚੀਜ਼ ਨਹੀਂ ਕਰਨੀ। ਜੇ ਉਹਨੂੰ ਤੁਸੀਂ ਸਮਰਾਈਜ਼ ਕਰਨਾ ਹੋਵੇ ਨਾ ਇੱਕ ਲਾਈਨ ਦੇ ਵਿੱਚ, ਤਾਂ ਤੁਸੀਂ ਇਹ ਕਹੋਗੇ ਕਿ ਸਿੱਖ ਉਹ ਆ ਜਿਹੜਾ ਗੁਰੂ ਸਾਹਿਬ ਦੇ ਦਿੱਤੇ ਹੋਏ ਫਲਸਫੇ 'ਤੇ ਚੱਲਦਾ, ਜਿਹੜੇ ਗੁਰੂ ਸਾਹਿਬ ਦੇ ਦਿੱਤੇ ਹੋਏ ਹੁਕਮਾਂ 'ਤੇ ਚੱਲਦਾ। ਉਹ ਸਾਰੀਆਂ ਚੀਜ਼ਾਂ ਦੇਖੋ ਜਿਹੜੀਆਂ ਉਹਨਾਂ ਨੇ ਰਹਿਤਨਾਮੇ 'ਚ ਲਿਖਿਆ ਕਿ ਸਿੱਖ ਨੂੰ ਇਹ ਨਹੀਂ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਉਹ ਇੱਕ ਲਾਈਨ ਦੇ ਵਿੱਚ ਉਹਨਾਂ ਨੇ ਡਿਫਾਈਨ ਕਰਤਾ। ਹੁਣ ਜਿਹੜੇ ਬੰਦੇ ਗੁਰਬਾਣੀ ਪੜ੍ਹਦੇ ਆ, ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਗੁਰੂ ਸਾਹਿਬ ਕੀ ਕਹਿੰਦੇ ਆ, ਕੀ ਨਹੀਂ ਕਰਨਾ ਚਾਹੀਦਾ, ਅਤੇ ਕੀ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ। ਹਾਂ, ਕੁਛ ਮਰਿਆਦਾਵਾਂ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਨਹੀਂ ਹੈਗੀਆਂ। ਜਿਵੇਂ 5 ਕਕਾਰ ਪੈੱਨ ਨੇ, ਅੰਮ੍ਰਿਤ ਕਿਵੇਂ ਤਿਆਰ ਕਰਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ। ਇਹ ਜਿਹੜੀਆਂ ਚੀਜ਼ਾਂ ਵਾ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਮਿਲਣਗੀਆਂ। ਉਹਦੇ ਲਈ ਫਿਰ ਆਪਾਂ ਨੂੰ ਇਤਿਹਾਸ ਵੀ ਫਰੋਲਣਾ ਪੈਣਾ ਵਾ, ਜਿਹੜੇ ਪੁਰਾਤਨ ਰਹਿਤਨਾਮੇ ਆ ਉਹ ਵੀ ਫਰੋਲਣੇ ਪੈਣੇ ਆ। ਚਲੋ ਜੀ, ਆਪਾਂ ਅੱਗੇ ਦੇਖਦੇ ਹਾਂ ਕੀ ਲਿਖਿਆ ਵਾ। ਸਿੱਖ, ਇਹ ਆਪ ਦਾ ਅਗਿਆਨ ਹੈ। ਸਿੱਖ ਜੋ ਕੁਝ ਕਰਦੇ ਹਨ ਸੋ ਸਤਿਗੁਰਾਂ ਦੇ ਹੁਕਮ ਅਨੁਸਾਰ ਕਰਦੇ ਹਨ, ਮਨ ਉਕਤ ਜ਼ਰਾ ਵੀ ਨਹੀਂ ਕਰਦੇ। ਅਸੀਂ ਆਪ ਨੂੰ ਚਾਰੇ ਸੰਸਕਾਰਾਂ ਬਾਬਤ ਸਤਿਗੁਰਾਂ ਦਾ ਹੁਕਮ ਦਿਖਾਉਂਦੇ ਹਾਂ। ਊੜਾ, ਗੁਰੂ ਅਮਰਦਾਸ ਸਾਹਿਬ ਨੇ ਆਪਣੇ ਪੋਤੇ ਦੇ ਜਨਮ ਪਰ ਆਨੰਦ ਬਾਣੀ ਉਚਾਰਨ ਕੀਤੀ ਔਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਸੰਤਾਨ ਦੇ ਜਨਮ ਵੇਲੇ
ਇਸ ਬਾਣੀ ਦਾ ਪਾਠ ਹੋਵੇ, ਜਿਸ ਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਪਰ ਗੁਰੂ ਅਰਜਨ ਸਾਹਿਬ ਨੇ ਗੁਰਮਰਿਆਦਾ ਕੀਤੀ, ਜੋ ਇਸ ਸ਼ਬਦ ਤੋਂ ਸਿੱਧ ਹੈ। ਦਸੀ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਆਸਾ ਮਹੱਲਾ ਪੰਜਵਾਂ, ਅੰਗ 396। ਔਰ ਆਪ ਦੇ ਮਤ ਵਿੱਚ ਜੋ ਸ਼ੁੱਧੀ ਲਈ ਗੌਮੂਤਰ ਔਰ ਪੰਚਗਵਯ ਦਿੱਤਾ ਜਾਂਦਾ ਹੈ, ਉਸ ਦਾ ਸਨਮਾਨ ਇਤਨੇ ਤੋਂ ਹੀ ਦੇਖ ਸਕਦੇ ਹੋ ਕਿ ਜਿਸ ਲੰਗਰ ਵਿੱਚ ਗੋਹੇ ਦਾ ਚੌਂਕਾ ਦਿੱਤਾ ਜਾਵੇ, ਉੱਥੇ ਮਹਾਂਪ੍ਰਸ਼ਾਦ 'ਤੇ ਇੱਕ ਲਿਖੇ ਥੱਲੇ ਲਿਖਿਆ ਜੀ, ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਦਾ ਨਾਮ ਮਹਾਂਪ੍ਰਸ਼ਾਦ ਲਿਖਿਆ ਹੈ। ਦੇਖੋ ਵਾਰ 20ਵੀਂ ਪੌੜੀ 10ਵੀਂ। ਫਿਰ ਉੱਪਰ ਲਿਖਦੇ ਆ, ਕੜਾਹ ਪ੍ਰਸ਼ਾਦ ਤਿਆਰ ਨਹੀਂ ਕੀਤਾ ਜਾਂਦਾ, ਔਰ ਇਹ ਰੀਤ ਅੱਜ ਦੀ ਨਹੀਂ, ਸਤਿਗੁਰਾਂ ਦੇ ਵੇਲੇ ਤੋਂ ਚੱਲੀ ਆਈ ਹੈ। ਇਸ ਦੀ ਪੁਸ਼ਟੀ ਲਈ ਦੇਖੋ 8 ਅੰਕ ਵਿੱਚ ਪ੍ਰਮਾਣ। ਐੜਾ, ਪਹਿਲੇ 9 ਸਤਿਗੁਰਾਂ ਦੇ ਵੇਲੇ ਚਰਨਾਮ੍ਰਿਤ ਦਿੱਤਾ ਜਾਂਦਾ ਸੀ, ਜੋ ਆਪ ਦੇ ਜਨੇਊ ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿੱਚ ਹੈ। ਇਹ ਸੰਸਕਾਰ ਆਪ ਦੇ ਮਤ ਤੋਂ ਇਸ ਵਾਸਤੇ ਵਿਰੁੱਧ ਹੈ ਕਿ ਚਾਰੇ ਵਰਣ ਇਕੱਠੇ ਸਤਿਗੁਰਾਂ ਦਾ ਚਰਨਾਮ੍ਰਿਤ ਪੀਂਦੇ ਸੇ, ਜਿਸ ਪਰ ਭਾਈ ਗੁਰਦਾਸ ਜੀ ਦਾ ਬਚਨ ਹੈ, ਚਰਨ ਧੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਭਾਈ ਗੁਰਦਾਸ ਵਾਰ ਪਹਿਲੀ। ਅਸੀਂ ਸਤਿਗੁਰਾਂ ਦੀ ਕੋਈ ਜਾਤੀ ਨਹੀਂ ਮੰਨਦੇ, ਪਰ ਆਪ ਦੇ ਖਿਆਲ ਅਨੁਸਾਰ ਗੁਰੂ ਸਾਹਿਬ ਛਤਰੀ ਸੇ। ਛਤਰੀ ਦਾ ਚਰਨਾਮ੍ਰਿਤ ਆਪ ਦੇ ਧਰਮ ਸ਼ਾਸਤਰਾਂ ਅਨੁਸਾਰ ਬ੍ਰਾਹਮਣ ਕਦੇ ਵੀ ਨਹੀਂ ਸੀ ਪੀ ਸਕਦਾ, ਔਰ ਚਰਨਾਮ੍ਰਿਤ ਦਾ ਪਹਿਲਾ ਪ੍ਰਵਿਰਤ ਕਰਨਾ ਹੀ ਇਸ ਲਈ ਸੀ ਕਿ ਜਾਤੀ ਅਭਿਮਾਨ ਦੀ ਜੜ ਪੁੱਟ ਦਿੱਤੀ ਜਾਵੇ। ਫਿਰ ਇਸੇ ਚਰਨਾਮ੍ਰਿਤ ਸੰਸਕਾਰ ਨੂੰ 10ਵੇਂ ਪਾਤਸ਼ਾਹ ਨੇ ਖੰਡੇ ਦੇ ਅੰਮ੍ਰਿਤ ਵਿੱਚ ਬਦਲ ਦਿੱਤਾ, ਔਰ ਅੰਮ੍ਰਿਤ ਛਕਾਉਣ ਵੇਲੇ ਜੋ ਕਲਗੀਧਰ ਨੇ ਉਪਦੇਸ਼ ਦਿੱਤਾ ਹੈ, ਉਸ ਤੋਂ ਸਾਫ਼ ਪਾਇਆ ਜਾਂਦਾ ਹੈ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਈੜੀ, ਆਨੰਦ। ਆਨੰਦ 'ਤੇ ਇੱਕ ਲਿਖੇ ਥੱਲੇ ਲਿਖਿਆ ਜੀ, ਇੱਕ ਚਾਲਾਕ ਹਿੰਦੂ ਪੰਡਿਤ ਅਗਿਆਨੀ ਸਿੱਖਾਂ ਨੂੰ ਧੋਖਾ ਦੇਣ ਲਈ ਲਿਖਦਾ ਹੈ ਕਿ ਆਨੰਦ ਪੜ੍ਹ ਕੇ ਵਿਆਹ ਨਹੀਂ ਕਰਨਾ ਚਾਹੀਦਾ, ਕਿਉਂਕਿ ਆਨੰਦ ਬਾਣੀ ਵਿੱਚ ਲਿਖਿਆ ਹੈ, ਆਨੰਦ ਭਿਆ ਮੇਰੀ ਮਾਏ। ਰਾਮਕਲੀ ਮਹੱਲਾ ਤੀਜਾ, ਆਨੰਦ, ਅੰਗ 917। ਇਸ ਪਾਠ ਤੋਂ ਇਸਤਰੀ ਮਾਂ ਬਣ ਜਾਂਦੀ ਹੈ। ਅਸੀਂ ਇਸ ਦੇ ਉੱਤਰ ਵਿੱਚ ਇਹ ਆਖਦੇ ਹਾਂ ਕਿ ਆਨੰਦ ਬਾਣੀ ਵਿਵਾਹ ਪੱਧਤ ਵਿੱਚ ਦੱਸੀ ਹੋਈ ਰੀਤੀ ਦੀ ਤਰ੍ਹਾਂ ਵਰ ਪਠਨੀਏ ਮੰਤਰ ਨਹੀਂ ਹੈ, ਔਰ ਨਾ ਇੱਥੇ ਮਾਏ ਪਦ ਦਾ ਅਰਥ ਜਨਨੀ ਹੈ। ਪਰ ਪੰਡਿਤ ਜੀ ਨੂੰ ਹੇਠ ਲਿਖੇ ਬਚਨਾਂ ਪਰ ਜ਼ਰੂਰ ਧਿਆਨ ਦੇਣਾ ਚਾਹੀਏ। ਪਹਿਲਾ ਸੋਮ, ਗੰਧਰਵ ਔਰ ਅਗਨੀ, ਇਹ ਤਿੰਨੇ ਦੇਵਤੇ ਇਸਤਰੀ ਦੇ ਪਤੀ ਹੁੰਦੇ ਹਨ। ਫਿਰ ਚੌਥੇ ਦਰਜੇ ਮਨੁਸ਼ਪਤੀ ਬਣਦਾ ਹੈ। ਰਿਗਵੇਦ ਮੰਡਲ 10, ਸੂਤਕ 85, ਮੰਤਰ 40। ਦੇਵਤਿਆਂ ਦੀ ਭੋਗੀ ਹੋਈ ਦੇਵ ਇਸਤਰੀ ਦੇਵ ਭਗਤਾਂ ਦੀ ਮਾਂ ਹੈ ਜਾਂ ਕੁਝ ਹੋਰ। ਕਈ ਪੰਡਿਤ ਬੁੱਧੂ ਆਦਮੀਆਂ ਨੂੰ ਅਰਥ ਕਰਕੇ ਦੱਸਦੇ ਹਨ ਕਿ ਪਤੀ ਪਦ ਦਾ ਅਰਥ ਰੱਖਿਅਕ ਹੈ। ਅਸੀਂ ਇਸ ਪਰ ਇਹ ਆਖਦੇ ਹਾਂ ਕਿ ਜੇਕਰ ਦੇਵਤੇ ਕੇਵਲ ਰੱਖਿਅਕ ਹਨ ਔਰ ਪਤੀ ਖਸਮ ਨਹੀਂ, ਤਾਂ ਹੁਣ ਪੁਰਸ਼ ਵੀ ਰੱਖਿਅਕ ਪਤੀ ਹੀ ਰਹੇ, ਅਰਥਾਤ ਸਨਮਾਨ ਨਾਲ ਇਸਤਰੀ ਨੂੰ ਸੰਭਾਲ ਰੱਖੇ, ਹੋਰ ਕਿਸੇ ਤਰ੍ਹਾਂ ਦਾ ਗ੍ਰਹਿਸਥ ਵਿਵਹਾਰ ਨਾ ਕਰੇ। ਅਸੀਂ ਇਹ ਵੀ ਪੁੱਛਦੇ ਹਾਂ ਕਿ ਜੇ ਪਤੀ ਦਾ ਅਰਥ ਖਸਮ ਨਹੀਂ, ਤਾਂ ਇਸ ਵਾਕ ਦਾ ਕੀ ਅਰਥ ਹੈ? ਪੂਰਬੰ ਸਤ੍ਰਿਯੰ ਸੁਰੈੰ ਭੁਗਤਾ, ਸੋਮ ਗੰਧਰਵ ਵਨਯ ਭਿਯੰ। ਔਰ ਮੰਨੂ ਜੀ ਇੱਕ ਹੋਰ ਬਾਤ ਆਖਦੇ ਹਨ, ਉਹ ਵੀ ਸੁਣਨ ਲਾਇਕ ਹੈ। ਵੀਰਯ ਰੂਪ ਕਰਕੇ ਪਤੀ ਇਸਤਰੀ ਦੇ ਗਰਭ ਵਿੱਚ ਪ੍ਰਵੇਸ਼ ਕਰਦਾ ਹੈ ਔਰ ਪੁੱਤਰ ਰੂਪ ਹੋ ਕੇ ਜੰਮਦਾ ਹੈ। ਇਸ ਕਰਕੇ ਇਸਤਰੀ ਜਾਇਆ ਮਾਈ ਕਹਾਉਂਦੀ ਹੈ। ਅਧਿਆਇ 9ਵਾਂ, ਸ਼ਲੋਕ 8ਵਾਂ। ਪੰਡਿਤ ਜੀ ਨੂੰ ਖੋਜ ਕਰਨੀ ਚਾਹੀਦੀ ਹੈ ਕਿ ਇੱਕ ਪੁੱਤ ਜੰਮੇ ਪਿੱਛੋਂ ਕਿਤਨੇ ਸ਼ਰਧਾਵਾਨਾਂ ਨੇ ਜਾਇਆ ਮਾਈ ਨੂੰ ਇਸਤਰੀ ਸਮਝ ਕੇ ਸੰਤਾਨ ਉਤਪੰਨ ਕੀਤੀ ਹੈ, ਔਰ ਕਿਤਨਿਆਂ ਨੇ ਜਨਨੀ ਭਾਵ ਰੱਖ ਕੇ ਪੂਜਿਆ ਮੰਨਿਆ ਹੈ। ਫਿਰ ਉੱਪਰ ਲਿਖਦੇ ਆ ਜੀ, ਆਨੰਦ ਦੀ ਰੀਤੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ ਪ੍ਰਚਲਿਤ ਹੈ, ਔਰ ਸਤਿਗੁਰਾਂ ਨੇ ਔਰ 'ਤੇ ਇੱਕ ਲਿਖੇ ਥੱਲੇ ਲਿਖਿਆ ਜੀ,
ਗੁਰਗੱਦੀ ਪਰ ਬਿਰਾਜਣ ਤੋਂ ਪਹਿਲਾਂ ਚਾਹੇ ਸਤਿਗੁਰਾਂ ਦੇ ਸੰਸਕਾਰ ਹਿੰਦੂ ਮਤ ਅਨੁਸਾਰ ਹੁੰਦੇ ਰਹੇ ਹਨ, ਪਰ ਗੁਰੂ ਸ਼ਰਨ ਆਉਣ ਪਿੱਛੋਂ ਇੱਕ ਰੀਤੀ ਵੀ ਅੰਨ੍ਯ ਮਤ ਅਨੁਸਾਰ ਨਹੀਂ ਹੋਈ, ਜਿਸ ਦਾ ਪ੍ਰਮਾਣ ਗੁਰਬਾਣੀ ਤੋਂ ਪੂਰਾ ਮਿਲਦਾ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਅਗਿਆਨਵਸ਼ ਹੋ ਕੇ ਪ੍ਰਮਾਦ ਅਥਵਾ ਕੁਸੰਗਤ ਕਰਕੇ ਆਪਣੀ ਕਾਵਿਆ ਰਚਨਾ ਦੁਆਰਾ ਗੁਰੂ ਰੀਤੀ ਤੋਂ ਵਿਰੁੱਧ ਸੰਸਕਾਰਾਂ ਦਾ ਹੋਣਾ ਲਿਖਿਆ ਹੈ, ਉਹ ਮੰਨਣ ਲਾਇਕ ਨਹੀਂ, ਕਿਉਂਕਿ ਗੁਰਬਾਣੀ ਤੋਂ ਵੱਧ ਕੇ ਸਾਡੇ ਮੱਤ ਵਿੱਚ ਕੋਈ ਪੁਸਤਕ ਸ਼ਰਧਾਯੋਗ ਨਹੀਂ। ਇੱਥੇ ਜਿਹੜੇ ਗੁਰੂ ਸਾਹਿਬਾਨਾਂ ਦੀ ਗੱਲ ਕੀਤੀ ਖਾਲਸਾ ਜੀ, ਉਹ ਗੁਰੂ ਅੰਗਦ ਦੇਵ ਜੀ ਦੀ ਆ, ਗੁਰੂ ਅਮਰਦਾਸ ਜੀ ਦੀ ਆ ਅਤੇ ਗੁਰੂ ਰਾਮਦਾਸ ਜੀ ਦੀ ਆ। ਉਸ ਤੋਂ ਬਾਅਦ 'ਚੋਂ ਜਿਹੜੇ ਗੁਰੂ ਸਾਹਿਬਾਨ ਸੀਗੇ ਉਹ ਇੱਕੋ ਵੰਸ਼ ਦੇ ਵਿੱਚੋਂ ਸੀਗੇ, ਤੁਸੀਂ ਐਂ ਕਹਿ ਲਓ ਇੱਕੋ ਫੈਮਿਲੀ ਦੇ ਵਿੱਚੋਂ ਸੀਗੇ। ਗੁਰੂ ਨਾਨਕ ਦੇਵ ਜੀ ਨੂੰ ਆਪਾਂ ਇਸ ਵਿੱਚ ਇਸ ਲਈ ਸ਼ਾਮਲ ਨਹੀਂ ਕਰ ਸਕਦੇ ਕਿਉਂਕਿ ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਗੁਰੂ ਸੀਗੇ। ਜੇ ਆਪਾਂ ਗੱਲ ਕਰੀਏ ਨਾ ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, ਇਹਨਾਂ ਨੇ ਸੰਗਤ ਕੀਤੀ, ਫਿਰ ਇਹਨਾਂ ਨੂੰ ਗੁਰਗੱਦੀ ਮਿਲੀ। ਪਰ ਗੁਰੂ ਨਾਨਕ ਦੇਵ ਜੀ ਦੇ ਕੇਸ ਦੇ ਵਿੱਚ ਇਹ ਸਹੀ ਨਹੀਂ ਗਾ, ਉਹ ਸ਼ੁਰੂ ਤੋਂ ਹੀ ਗੁਰੂ ਸੀਗੇ। ਫਿਰ ਉੱਪਰ ਲਿਖਦੇ ਆ ਜੀ, ਔਰ ਸਤਿਗੁਰਾਂ ਨੇ ਛੰਦ, ਘੋੜੀਆਂ, ਲਾਵਾਂ ਆਦਿਕ ਇਸੇ ਵਾਸਤੇ ਰਚੀਆਂ ਹਨ, ਔਰ ਆਪ ਦੀ ਜੋ ਇਹ ਸ਼ੰਕਾ ਹੈ ਕਿ ਇਹਨਾਂ ਵਿੱਚ ਕੇਵਲ ਪਰਮਾਰਥ ਹੈ, ਸੋ ਸਹੀ ਨਹੀਂ। ਗੁਰਬਾਣੀ ਵਿੱਚ ਪਰਮਾਰਥ ਔਰ ਵਿਵਹਾਰ, ਭੋਖ ਮੋਖ ਦੋਵੇਂ ਹਨ, ਔਰ ਸ਼ਬਦਾਂ ਦੀ ਰਚਨਾ ਦੱਸ ਰਹੀ ਹੈ ਕਿ ਇਹ ਖਾਸ ਕਰਕੇ ਆਨੰਦ ਸੰਸਕਾਰ ਵਾਸਤੇ ਰਚੇ ਗਏ ਹਨ। ਯਥਾ ਹਮ ਕਰ ਸਾਜਨ ਆਏ, ਸਾਚੈ ਮੇਲ ਮਿਲਾਏ, ਸੂਹੀ ਮਹੱਲਾ ਪਹਿਲਾ, ਅੰਗ 764। ਸਾਹਾ ਗਣੈ ਨ ਕਰਹਿ ਵਿਚਾਰ, ਰਾਮਕਲੀ ਮਹੱਲਾ ਪਹਿਲਾ, ਅੰਗ 904। ਧਨ ਪਿਰ ਇਹ ਨ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ। ਵਾਰ ਸੂਹੀ ਮਹੱਲਾ ਤੀਜਾ, ਅੰਗ 788। ਹੋਰ ਮਨਮੁਖ ਦਾਜ ਜੇ ਰਖ ਦਿਖਾਲ ਹੈ, ਸੋ ਕੂੜ ਅਹੰਕਾਰ ਕੱਚ ਪਾਜੋ। ਸ੍ਰੀ ਰਾਗ ਮਹੱਲਾ ਚੌਥਾ, ਅੰਗ 79। ਕਹੋ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਵਡਹੰਸ ਮਹੱਲਾ ਪੰਜਵਾਂ, ਅੰਗ 577। ਔਰ ਆਨੰਦ ਦੇ ਪ੍ਰਮਾਣ ਲਈ ਦੇਖੋ, ਗੁਰਪ੍ਰਤਾਪ ਸੂਰਯ ਦੀ ਤੀਜੀ ਰਾਸ ਦੇ 38ਵੇਂ ਅਧਿਆਏ ਵਿੱਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸਿੱਖ ਦੀ ਕੰਨਿਆ ਨਾਲ ਕਾਹਨ ਸਿੰਘ ਦਾ ਆਨੰਦ ਪੜ੍ਹਾਇਆ, ਔਰ ਪੰਜਾਂ ਪਿਆਰਿਆਂ ਵਿੱਚੋਂ ਸ਼੍ਰੋਮਣੀ ਭਾਈ ਦਇਆ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ, ਆਨੰਦ ਬਿਨਾ ਵਿਵਾਹ ਨਾ ਕਰੇ। ਦੇਖੋ ਜੀ, ਭਾਈ ਕਾਹਨ ਸਿੰਘ ਨਾਭਾ ਹੋਣੀ ਵੀ ਇੱਥੇ ਸੂਰਜ ਗ੍ਰੰਥ ਦਾ ਜਿਹੜਾ ਵਾ ਹਵਾਲਾ ਦੇ ਰਹੇ ਆ। ਕਈ ਲੋਕ ਕਹਿ ਦਿੰਦੇ ਨੇ ਕਿ ਸੂਰਜ ਪ੍ਰਕਾਸ਼ ਨਹੀਂ ਪੜ੍ਹਨਾ ਚਾਹੀਦਾ। ਭਾਈ ਕਾਹਨ ਸਿੰਘ ਨਾਭਾ ਦੇਖੋ ਇੱਥੇ ਸੂਰਜ ਪ੍ਰਕਾਸ਼ ਦਾ ਹਵਾਲਾ ਦਿੰਦੇ ਪਏ ਆ। ਹਾਂ, ਉਹ ਮੰਨਦੇ ਆ ਕਿ ਬਹੁਤ ਸਾਰੇ ਇਹੋ ਜਿਹੇ ਇਤਿਹਾਸਿਕ ਸਰੋਤ ਆ ਜਿਨ੍ਹਾਂ ਵਿੱਚ ਗੁਰਬਾਣੀ ਤੋਂ ਉਲਟ ਗੱਲਾਂ ਕਹੀਆਂ ਗਈਆਂ, ਪਰ ਉਹ ਕਿਤੇ ਵੀ ਇਤਿਹਾਸਕ ਸਰੋਤ ਨੂੰ ਨਹੀਂ ਨਕਾਰਦੇ। ਜਿਹੜੀਆਂ ਉਹਦੇ ਵਿੱਚ ਗੱਲਾਂ ਕਹੀਆਂ ਹੁੰਦੀਆਂ ਨਾ, ਉਹਨਾਂ ਨੂੰ ਨਕਾਰਦੇ ਆ ਜੇ ਉਹ ਗੁਰਮਤ ਦੇ ਵਿਰੁੱਧ ਹੋਣ। ਹੁਣ ਆਪਾਂ ਗੱਲ ਕਰਦੇ ਹਾਂ ਭਾਈ ਵੀਰ ਸਿੰਘ ਜੀ ਦੀ। ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼ ਐਡਿਟ ਕੀਤਾ ਨਾ, ਐਡਿਟ ਕਰਦੇ ਹੋਏ ਦੇਖੋ ਜਿੱਥੇ ਉਹਨਾਂ ਨੂੰ ਲੱਗਿਆ ਕਿ ਇਹ ਚੀਜ਼ ਗੁਰਮਤ ਦੇ ਵਿਰੁੱਧ ਆ, ਉੱਥੇ ਉਹਨਾਂ ਨੇ ਥੱਲੇ ਨੋਟਸ ਲਿਖਤੇ ਕਿ ਇਹ ਚੀਜ਼ ਗੁਰਮਤ ਦੇ ਵਿਰੁੱਧ ਆ। ਕਿਉਂ ਵਿਰੁੱਧ ਆ ਇਹ ਵੀ ਲਿਖਿਆ ਵਾ। ਐਂ ਨਹੀਂ ਕਿ ਇਕੱਲਾ ਬਸ ਇਹ ਕਹਿ ਕੇ ਛੱਡਦਾ ਕਿ ਭਾਈ ਇਹ ਵਿਰੁੱਧ ਆ, ਵਿਰੁੱਧ ਕਿਉਂ ਆ ਉਹ ਵੀ ਜਾਣਨਾ ਜ਼ਰੂਰੀ ਆ, ਅਤੇ ਉਹਨਾਂ ਨੇ ਉਹ ਵੀ ਲਿਖਿਆ ਵਾ। ਅੱਗੇ ਚੱਲਦੇ ਹਾਂ ਜੀ। ਸੱਸਾ, ਚਲਾਣਾ, ਮ੍ਰਿਤਕ ਕਿਰਿਆ, ਸੰਸਕਾਰ ਆਦਿ ਤੋਂ ਹੀ ਸਿੱਖਾਂ ਵਿੱਚ ਹਿੰਦੂਆਂ ਤੋਂ ਵੱਖਰਾ ਹੈ, ਜਿਸ ਦੇ ਪ੍ਰਮਾਣ ਇਹ ਹਨ। ਪਹਿਲਾ, ਗੁਰੂ ਨਾਨਕ ਸਾਹਿਬ ਆਗਿਆ ਕਰਦੇ ਹਨ ਕਿ ਪ੍ਰਾਣੀ ਦੇ ਸੰਸਕਾਰ ਵੇਲੇ ਇਹ ਸ਼ਬਦ ਪੜ੍ਹਨਾ, ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗਤਨ ਦੈ ਲਾਇਆ, ਮੋਹਲਤ ਪੁਨੀ ਪਾਈ ਭਰੀ ਜਾਨੀ ਅੜਾ, ਕਤ ਚਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇਥੈ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ, ਰੋਵਣ ਸਗਲ ਬਿਕਾਰੋ ਗਾਫਲ, ਸੰਸਾਰੋ ਮਾਇਆ ਕਾਰਣ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ, ਐਥੈ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁੰਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਅਲਾਹਣੀਆਂ, ਪੰਨਾ 578। ਦੂਜਾ, ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦਾ ਸੰਸਕਾਰ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ। ਦੇਖੋ ਜਨਮ ਸਾਖੀ।
ਵਰਤਾਇਆ ਅਤੇ ਇੱਕ ਲਿਖੇ ਥੱਲੇ ਲਿਖਿਆ, ਹਿੰਦੂਆਂ ਦੇ ਪਾਤਕ ਦੇ ਮੁਕਾਬਲੇ ਵਿੱਚ ਸਿੱਖਾਂ ਦਾ ਕੜਾਹ ਪ੍ਰਸ਼ਾਦ ਮਹਾਂਪ੍ਰਸ਼ਾਦ ਵਰਤਾਉਣਾ ਸਾਫ਼ ਸਿੱਧ ਕਰਦਾ ਹੈ ਕਿ ਸਿੱਖ ਰੀਤੀ ਅਹਿੰਦੂ ਹੈ। ਅਹਿੰਦੂ ਮਤਲਬ ਕਿ ਹਿੰਦੂਵਾਦੀ ਨਹੀਂ। ਉੱਪਰ ਫਿਰ ਤੀਜਾ ਪੁਆਇੰਟ ਲਿਖਦੇ ਆ, ਭਾਈ ਮਨੀ ਸਿੰਘ ਜੀ ਭਗਤ ਰਤਨਾਵਲੀ ਵਿੱਚ ਲਿਖਦੇ ਹਨ ਕਿ ਹਿੰਦੂ ਬ੍ਰਾਹਮਣ ਆਦਿਕ ਸਿੱਖਾਂ ਪਰ ਇਹ ਤਰਕ ਕਰਦੇ ਹਨ ਕਿ ਤੁਸੀਂ ਮਰਨ ਦੀ ਕਿਰਿਆ ਤਿਆਗ ਕੇ ਅਰਦਾਸ ਦੇ ਕੜਾਹ ਮ੍ਰਿਤਕ 'ਤੇ ਖਾਂਵਦੇ ਹੋ, ਪ੍ਰਸੰਗ ਢੇਸੀ ਅਤੇ ਜੋਧ ਵਿੱਚੋਂ। ਚੌਥਾ, ਭਾਈ ਚੌਪਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ, ਪ੍ਰਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ, ਸਾਥ ਪ੍ਰਸਾਦ ਲੈ ਜਾਏ। ਗੁਰਪ੍ਰਤਾਪ ਸੂਰਿਆ ਦੀ ਤੀਜੀ ਰੁੱਤ ਦੇ 5ਵੇਂ ਅੰਸੂ ਵਿੱਚ ਲਿਖਿਆ ਹੈ, ਮਰੇ ਸਿੱਖ ਤੇ ਕਰੇ ਕੜਾਹ, ਤਿਸ ਕੁਟੰਬ ਰੁੱਧ ਨਹਿ ਬਹੁਤ ਨਾਹ, ਪੜ੍ਹੈ ਸ਼ਬਦ ਕੀਰਤਨ ਕੋ ਕਰੈ, ਸੁਨੈ ਬੈਠ ਬੈ ਰਾਗ ਸੋ ਧਰੈ। 6ਵਾਂ ਪੁਆਇੰਟ ਹੈਗਾ ਜੀ, ਭਾਈ ਚੋਪਾ ਸਿੰਘ ਜੀ ਲਿਖਦੇ ਹਨ, ਗੁਰੂ ਕਾ ਸਿੱਖ ਭੱਦਣ ਨਾ ਕਰਾਵੇ। ਭੱਦਣ 'ਤੇ 2 ਲਿਖ ਕੇ ਥੱਲੇ ਲਿਖਿਆ, ਹਿੰਦੂ ਮਤ ਦੇ ਮ੍ਰਿਤਕ ਸੰਸਕਾਰ ਦਾ ਮੁੱਖ ਅੰਗ ਭੱਦਣ ਹੈ, ਜਿਸ ਦੇ ਕੀਤੇ ਬਿਨਾਂ ਕਿਰਿਆ ਦਾ ਆਰੰਭ ਹੀ ਨਹੀਂ ਹੋ ਸਕਦਾ। ਇਸ ਵਿਸ਼ਾ ਦੇਖੋ ਸਦ ਪਰਮਾਰਥ। ਸਦ ਪਰਮਾਰਥ ਬਾਰੇ ਆਪਾਂ ਥੋੜ੍ਹਾ ਜਿਹਾ ਪਹਿਲਾਂ ਪੜ੍ਹ ਲਿਆ ਸੀਗਾ ਜੀ, ਜਿਸ ਵਿੱਚ ਇਹ ਕਿਹਾ ਜਾਂਦਾ ਕਿ ਗੁਰੂ ਅਮਰਦਾਸ ਜੀ ਦੇ ਅਖੀਰਲੇ ਸਮੇਂ 'ਤੇ ਉਹਨਾਂ ਨੇ ਕਿਹਾ ਕਿ ਮੇਰੀਆਂ ਅਸਥੀਆਂ ਗੰਗਾ ਦੇ ਵਿੱਚ ਪਾ ਦਿਓ ਜਾਂ ਫਿਰ ਗਰੁੜ ਪੁਰਾਣ ਪੜ੍ਹੀਓ, ਹੈ ਨਾ। ਇਹ ਗੱਲਾਂ ਜਿਹੜੀਆਂ ਵਾ ਇਹ ਆਪਾਂ ਇੱਕ ਅਲੱਗ ਪਾਠ ਦੇ ਵਿੱਚ ਕੀਤੀਆਂ ਸੀਗੀਆਂ, ਤੁਹਾਨੂੰ ਯਾਦ ਹੋਊਗਾ ਜੇ ਤੁਸੀਂ ਇਹ ਸ਼ੁਰੂ ਤੋਂ ਸੁਣਦੇ ਪਏ ਆ। 7ਵੇਂ ਪੁਆਇੰਟ ਦੇ ਵਿੱਚ ਲਿਖਦੇ ਆ, ਗੁਰੂ ਸੋਭਾ ਦੇ 5ਵੇਂ ਅਧਿਆਇ ਵਿੱਚ ਬਚਨ ਹੈ, ਭੱਦਨ ਤਿਆਗ ਕਰੋ ਹੇ ਭਾਈ, ਸਭ ਸਿੱਖਨ ਇਹ ਬਾਤ ਸੁਣਾਈ, ਸੰਗਤ ਭੱਦਨ ਮਤ ਕਰੋ, ਛੁਰਾ ਨਾ ਲਗਾਓ ਸੀਸ, ਮਾਤ ਪਿਤਾ ਕੋ ਮਰੇ, ਸਤਿਗੁਰੂ ਕਰੀ ਹਦੀਸ। ਇਹਨਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਿੱਖ ਮਤ ਦੇ ਸੰਸਕਾਰ ਅੱਜ ਕੱਲ੍ਹ ਦੇ ਸਿੱਖਾਂ ਦੇ ਮਨ ਕਲਪਿਤ ਨਹੀਂ, ਬਲਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਆਦਿ ਕਾਲ ਤੋਂ ਹੁੰਦੇ ਆਏ ਹਨ। ਹਿੰਦੂ ਮੰਨਿਆ ਕਿ ਆਪ ਦੇ ਸੰਸਕਾਰ ਸਤਿਗੁਰਾਂ ਦੇ ਹੁਕਮ ਅਨੁਸਾਰ ਹਿੰਦੂ ਮਤ ਤੋਂ ਭਿੰਨ ਹਨ, ਪਰ ਕੇਸ ਕੱਛ ਆਦਿਕ ਜੋ ਆਪ ਦੇ ਚਿੰਨ੍ਹ ਹਨ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਸ ਜੰਗ ਦੇ ਮੌਕੇ ਵਾਸਤਵੇ ਤਜਵੀਜ਼ ਕੀਤੇ ਸੇ। ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਕਿ ਸਿੱਖ ਇਹਨਾਂ ਨੂੰ ਸदैव ਧਾਰਨ ਕਰਨ, ਔਰ ਨਾ ਪਹਿਲੇ 9 ਸਤਿਗੁਰਾਂ ਨੇ ਕੇਸ ਰੱਖੇ ਹਨ। ਇਹ ਵੀ ਬਹੁਤ ਵੱਡਾ ਆਰਗੂਮੈਂਟ ਦਿੱਤਾ ਜਾਂਦਾ ਜੀ ਕਿ ਜਿਹੜੇ 5 ਕਕਾਰ ਆ ਨਾ, ਇਹ ਤਾਂ ਯੁੱਧ ਦੇ ਲਈ ਸੀਗੇ, ਹੁਣ ਕਿਹੜਾ ਯੁੱਧ ਹੁੰਦੇ ਆ, ਹੁਣ ਇਹਨਾਂ ਦੀ ਲੋੜ ਨਹੀਂ ਹੈਗੀ। ਤੁਸੀਂ ਇੰਟਰਨੈਟ 'ਤੇ ਦੇਖੋ, ਇੰਟਰਨੈਟ 'ਤੇ ਇਹ ਚੀਜ਼ਾਂ ਭਰੀਆਂ ਪਈਆਂ ਵਾ ਕਿ ਜਿਹੜੇ ਪਹਿਲੇ 9 ਸਤਿਗੁਰੂ ਸੀਗੇ ਉਹਨਾਂ ਨੇ ਕਿਹੜਾ ਅੰਮ੍ਰਿਤ ਛਕਿਆ ਸੀਗਾ, ਫਿਰ ਅਸੀਂ ਕਿਉਂ ਛਕੀਏ। ਜਾਂ ਫਿਰ ਜਿਹੜੇ 5 ਕਕਾਰ ਸੀਗੇ ਇਹ ਤਾਂ ਜੀ ਗੁਰੂ ਸਾਹਿਬਾਨਾਂ ਨੇ ਜੰਗ ਲਈ ਦਿੱਤੇ ਸੀਗੇ, ਜੰਗ ਹੁਣ ਹੈ ਨਹੀਂ ਗੇ, ਹੁਣ ਤੁਸੀਂ ਇਹ ਲਾ ਦਿਓ। ਜਾਂ ਫਿਰ ਕਈ ਇਹ ਕਹਿ ਦਿੰਦੇ ਆ ਜੀ ਦੇਖੋ ਹਿੰਦੂਆਂ ਨੇ ਜਨੇਊ ਪਾਇਆ ਵਾ, ਸਿੱਖਾਂ ਨੇ ਜਿਹੜਾ ਗਾਤਰਾ ਪਾਇਆ, ਅਤੇ ਫਰਕ ਕੀ ਆ। ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਵਿਊ ਪੁਆਇੰਟ ਮਿਲਦੇ ਆ, ਅਤੇ ਇਹਨਾਂ ਸਾਰੇ ਵਿਊ ਪੁਆਇੰਟਾਂ ਦਾ ਇੱਕ ਹੀ ਮਕਸਦ ਹੁੰਦਾ ਵਾ, ਉਹ ਇਹ ਕਿ ਜਿਹੜੇ ਤੁਹਾਡੀ ਰਹਿਤ ਆ ਨਾ ਉਹ ਛੁੱਟ ਜਾਵੇ। ਜੇ ਤੁਸੀਂ ਸਿੱਖੀ ਦੇ ਵਿੱਚ ਪਰਪੱਕ ਆ, ਤੁਸੀਂ ਉਹ ਸਭ ਕੁਝ ਛੱਡ ਦਿਓ। ਜਿਹੜੀ ਚੀਜ਼ਾਂ ਇਹ ਐਂਟੀ ਸਿੱਖ ਲੋਕ ਕਹਿ ਰਹੇ ਆ ਤੁਸੀਂ ਉਹੀ ਚੀਜ਼ਾਂ ਕਰੋ, ਇਹ ਇਹਨਾਂ ਦਾ ਮੇਨ ਮੋਟਿਵ ਹੁੰਦਾ ਵਾ। ਚਾਹੇ ਤੁਸੀਂ ਵੈਬਸਾਈਟਾਂ 'ਤੇ ਚਲੇ ਜਾਓ, ਚਾਹੇ ਤੁਸੀਂ ਵੀਡੀਓਜ਼ ਦੇਖ ਲਓ, ਚਾਹੇ ਤੁਸੀਂ ਆਰਟੀਕਲਸ ਪੜ੍ਹ ਲਓ ਜਾਂ ਕਿਤਾਬਾਂ ਪੜ੍ਹ ਲਓ, ਹਰੇਕ ਥਾਂ 'ਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਵਾ ਉਹ ਮਿਲਣਗੇ, ਜਿਨ੍ਹਾਂ ਦਾ ਬਸ ਇੱਕ ਹੀ ਮਨੋਰਥ ਹੁੰਦਾ ਵਾ ਕਿ ਤੁਹਾਨੂੰ ਸਿੱਖੀ ਤੋਂ ਲਾਂਭੇ ਕਰਨਾ ਵਾ। ਭਾਈ ਕਾਹਨ ਸਿੰਘ ਨਾਭਾ ਹੁਣੀ ਲਿਖਦੇ ਆ ਜੀ, ਸਿੱਖ ਆਪ ਨੂੰ ਗੁਰੂ ਸਾਹਿਬ ਦੀ ਮਨਸ਼ਾ ਕਿਸ ਤਰ੍ਹਾਂ ਮਾਲੂਮ ਹੋਈ ਕਿ ਉਹ ਅਮਨ ਦੇ ਵੇਲੇ ਕੇਸ, ਕਿਰਪਾਨ, ਕੱਛ ਆਦਿਕ ਰਖਾਉਣੇ ਨਹੀਂ ਚਾਹੁੰਦੇ ਸਨ। ਇਸ ਵਿਸ਼ੇ ਉੱਤੇ ਆਪ ਪਾਸ ਕੀ ਪ੍ਰਮਾਣ ਹੈ। ਜੇ ਆਪ ਦੇ ਕਹਿਣੇ ਅਨੁਸਾਰ ਇਹ ਗੱਲ ਮੰਨ ਲਈਏ ਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਕੇਵਲ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸਨ, ਤਦ ਇਹ ਕਿਸ ਤਰ੍ਹਾਂ ਨਿਸ਼ਚਾ ਕੀਤਾ ਜਾਵੇ ਕਿ ਹੁਣ ਜੰਗ ਦਾ ਕੋਈ ਮੌਕਾ ਹੀ ਨਹੀਂ ਹੈ। ਵੇਖੋ, ਯੂਰਪ ਦੇ ਮਹਾਨ ਜੰਗ ਦਾ ਕਿਸੇ ਨੂੰ ਸੁਪਨ ਵੀ ਨਹੀਂ ਸੀ, ਜੋ ਅਚਾਨਕ ਹੋ ਗਿਆ। ਪਿਆਰੇ ਹਿੰਦੂ ਭਾਈ, ਹੁਣ ਵੀ ਲੱਖ ਤੋਂ ਵਧੇਕ ਖਾਲਸਾ ਦੇਸ਼ ਅਤੇ ਰਾਜ ਦੀ ਰਕਸ਼ਾ ਵਾਸਤੇ ਫੌਜੀ ਸੇਵਾ ਕਰ ਰਿਹਾ ਹੈ, ਔਰ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ ਯੁੱਧ ਵਿੱਦਿਆ ਦੇ ਗਿਆਤਾ, ਕਿਰਪਾਨਧਾਰੀ ਮਹਾਨ ਯੋਧਾ ਸਿਪਾਹੀ ਹਨ। ਔਰ ਆਪ ਦਾ ਇਹ ਆਖਣਾ ਅਸੱਤਿਆ ਹੈ ਕਿ 9 ਗੁਰੂ ਕੇਸਾਧਾਰੀ ਨਹੀਂ ਹੋਏ। ਸਾਡੇ 10 ਗੁਰੂ ਹੀ ਕੇਸ ਰੱਖਦੇ ਰਹੇ ਹਨ, ਕਿਸੇ ਨੇ ਵੀ ਮੁੰਡਨ ਨਹੀਂ ਕਰਵਾਇਆ। ਦੇਖੋ, ਗੁਰਬਾਣੀ ਤੋਂ ਕੇਸ ਸਿੱਧ ਹੁੰਦੇ ਹਨ। ਕੇਸ 'ਤੇ ਇੱਕ ਲਿਖ ਕੇ ਥੱਲੇ ਲਿਖਿਆ ਜੀ,
चाहे रामचंद कृष्ण जी आदिक अवतारां ਰਿਖੀ ਮੁਨੀਆਂ ਔਰ ਪੈਗੰਬਰਾਂ ਨੇ ਕੇਸ ਰੱਖੇ ਹਨ ਔਰ ਪੁਰਾਣੇ ਜ਼ਮਾਨੇ ਵਿੱਚ ਮੁੰਡਨ ਦੀ ਰੀਤੀ ਨਹੀਂ ਸੀ, ਪਰ ਅਸੀਂ ਵੇਦ ਸ਼ਾਸਤਰਾਂ ਦੇ ਹਵਾਲੇ ਦੇ ਕੇ ਕੇਸਾਂ ਦਾ ਸਿੱਧ ਕਰਨਾ ਕੋਈ ਫ਼ਕਰ ਨਹੀਂ ਸਮਝਦੇ। ਗੁਰਮਤਿ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ ਕਿਰਪਾਨ ਆਦਿਕ ਚਿੰਨ੍ਹਾਂ ਦਾ ਰੱਖਣਾ ਸਤਿਗੁਰਾਂ ਨੇ ਕਿਸ ਲਾਭ ਨੂੰ ਵਿਚਾਰ ਕੇ ਵਿਧਾਨ ਕੀਤਾ ਹੈ। ਫਿਰ ਉੱਪਰ ਲਿਖਦੇ ਆ ਜੀ, ਕੇਸਾਂ ਦਾ ਕਰ ਬੀਜਣਾ ਸੰਤ ਚੌਰ ਢੁਲਾਵੋ, ਸੂਹੀ ਮਹੱਲਾ ਪੰਜਵਾਂ, ਅੰਗ 745। ਕੇਸਾਂ ਕਾ ਕਰ ਚਵਰ ਢੁਲਾਵਾ, ਚਰਨ ਧੂੜ ਮੁਖ ਲਾਈ, ਸੂਹੀ ਮਹੱਲਾ ਪੰਜਵਾਂ, ਅੰਗ 749। ਟਹਿਲ ਕਰੋ ਤੇਰੇ ਦਾਸ ਕੀ, ਪਗ ਝਾਰੋ ਬਾਲ, ਬਿਲਾਵਲ ਮਹੱਲਾ ਪੰਜਵਾਂ, ਅੰਗ 810। ਕੇਸ ਸੰਗ ਦਾਸ ਪਗ ਝਾਰੋ, ਇਹ ਮਨੋਰਥ ਮੋਰ, ਗੂਜਰੀ ਮਹੱਲਾ ਪੰਜਵਾਂ, ਅੰਗ 500। ਹਰ ਹਰ ਨਾਮ ਦਿਰੜਾਇਓ ਗੁਰ ਮੀਠਾ, ਗੁਰ ਪਗ ਝਾਰ ਹੈ ਮੁਬਾਲ, ਪ੍ਰਭਾਤੀ ਮਹੱਲਾ ਚੌਥਾ, ਅੰਗ 1335। ਕਿਉਂ ਹਿੰਦੂ ਭਾਈ ਸਾਹਿਬ, ਚਾਰ ਔਰ ਪੱਖੇ ਦਾ ਕੰਮ ਬੋਧੀ ਵੀ ਦੇ ਸਕਦੀ ਹੈ ਔਰ ਆਪ ਪਾਸ ਅਜਿਹਾ ਇੱਕ ਪ੍ਰਮਾਣ ਵੀ ਨਹੀਂ ਜੋ ਸਾਬਤ ਕਰਦਾ ਹੋਵੇ ਕਿ ਸਤਿਗੁਰਾਂ ਕੇਸ ਨਹੀਂ ਰੱਖੇ। ਇਹ ਜਿਹੜੀਆਂ ਗੱਲਾਂ ਨੇ ਜੀ, ਇਹ ਬੇਤੁਕੀਆਂ ਗੱਲਾਂ ਹੁੰਦੀਆਂ। ਮਤਲਬ ਜਿਹੜੀ ਚੀਜ਼ ਹਿਸਟਰੀ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ ਉਹ ਤੁਹਾਨੂੰ ਕਹੀ ਜਾਂਦੀ ਹੈ ਕਿ ਹੋਈ ਆ, ਜਾਂ ਫਿਰ ਜਿਹੜੀਆਂ ਗੁਰਮਤਿ ਤੋਂ ਉਲਟ ਸਟੋਰੀਆਂ ਹੁੰਦੀਆਂ ਉਹ ਦਿਖਾ ਕੇ ਕਿਹਾ ਜਾਂਦਾ ਕਿ ਦੇਖੋ ਜੀ ਇਹ ਚੀਜ਼ ਹੋਈ ਆ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵਾਂ, ਇਹ ਆਪਾਂ ਆਰਟੀਕਲ ਦੇ ਵਿੱਚ ਵੀ ਲਿਖਿਆ ਸੀਗਾ। ਇੱਕ ਬੰਦਾ ਸੀਗਾ, ਉਹਨੇ ਆਪਣੀ ਵੈਬਸਾਈਟ 'ਤੇ ਲਿਖਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਜਨੇਊ ਪਾਇਆ ਸੀਗਾ ਅਤੇ ਉਹਨਾਂ ਕੋਲ ਕੋਈ ਕਸ਼ਮੀਰੀ ਪੰਡਿਤ ਨਹੀਂ ਆਏ। ਇਹ ਤਾਂ ਜਿਹੜਾ ਪੁਰਾਤਨ ਪੰਥ ਪ੍ਰਕਾਸ਼ ਲਿਖਿਆ ਗਿਆ ਨਾ ਅੰਗਰੇਜ਼ਾਂ ਦੇ ਟਾਈਮ 'ਤੇ, ਉਹਦੇ ਵਿੱਚ ਪਹਿਲੀ ਵਾਰੀ ਲਿਖਿਆ ਆਇਆ ਕਿ ਜਿਹੜੇ ਬਾਹਮਣ ਸੀਗੇ ਉਹ ਆਏ ਸੀਗੇ ਗੁਰੂ ਸਾਹਿਬ ਕੋਲ। ਹੁਣ ਦੇਖੋ ਤੁਸੀਂ 18ਵੀਂ ਸਦੀ ਦੇ ਵਿੱਚ ਚਲੇ ਜਾਓ, 18ਵੀਂ ਸਦੀ ਦੇ ਵਿੱਚ ਤੁਹਾਨੂੰ ਗੁਰਬਿਲਾਸ ਪਾਤਸ਼ਾਹੀ 10ਵੀਂ ਮਿਲਦਾ ਕੋਇਰ ਸਿੰਘ ਵਾਲਾ, ਉਹ 'ਚ ਲਿਖਿਆ ਬ੍ਰਾਹਮਣ ਆਏ ਸੀ। ਗੁਰਬਿਲਾਸ ਪਾਤਸ਼ਾਹੀ 10ਵੀਂ ਸੁੱਖਾ ਸਿੰਘ ਨੇ ਵੀ ਲਿਖਿਆ ਵਾ ਕਿ ਉੱਥੇ ਜਿਹੜੇ ਸੀਗੇ ਉਹ ਬਾਹਮਣ ਆਏ ਸੀ ਗੁਰੂ ਸਾਹਿਬ ਕੋਲ। ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਭਾਈ ਰਤਨ ਸਿੰਘ ਭੰਗੂ ਦੇ ਪੁਰਾਤਨ ਪ੍ਰਕਾਸ਼ ਦੇ ਵਿੱਚ ਇਹਦਾ ਪਹਿਲੀ ਵਾਰੀ ਜ਼ਿਕਰ ਆਇਆ। ਨਾਲੇ ਗੁਰੂ ਸਾਹਿਬ ਆਪਣੀ ਗੁਰਬਾਣੀ ਦੇ ਵਿੱਚ ਕਹਿੰਦੇ ਪਏ ਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਵੀ ਤਾਕਾ ਉਹਨਾਂ ਦਾ ਤਿਲਕ ਜੰਜੂ ਗੁਰੂ ਸਾਹਿਬ ਨੇ ਰੱਖ ਲਿਆ, ਬਚਾ ਲਿਆ। ਹਾਂ ਵੀ ਆਪਦੇ ਵੱਲੋਂ ਕੁਛ ਨਾ ਕੁਛ ਇਹਨਾਂ ਨੇ ਨਾ ਬਸ ਬਿਆਨ 'ਚ ਦਾਗਣੇ ਹੁੰਦੇ ਆ, ਅਤੇ ਜਿਹੜੇ ਸਿੱਖ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਕਿਤਾਬਾਂ ਜਿਨ੍ਹਾਂ ਨੇ ਇਤਿਹਾਸ ਨੂੰ ਨਹੀਂ ਵਾਚਿਆ ਹੁੰਦਾ, ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ। ਹਿੰਦੂ ਆਪ ਨੇ ਜੋ 14 ਪ੍ਰਕਰਨ ਮੈਨੂੰ ਸੁਣਾ ਕੇ ਹਿੰਦੂ ਧਰਮ ਦੇ ਨਿਯਮ ਪ੍ਰਗਟ ਕੀਤੇ ਹਨ, ਇਸ ਤੋਂ ਜਾਪਦਾ ਹੈ ਕਿ ਪ੍ਰੇਮੀ ਜੀ ਆਪ ਸਾਡੇ ਧਰਮ ਤੋਂ ਪੂਰੇ ਜਾਣੂ ਨਹੀਂ। ਹਿੰਦੂ ਧਰਮ ਦੇ ਆਲਮਗੀਰ 7 ਅਸੂਲ ਇਹ ਹਨ ਜਿਨ੍ਹਾਂ ਨੂੰ ਸਭ ਵਿਦਵਾਨ ਮੰਨਦੇ ਹਨ, ਔਰ ਇਹਨਾਂ ਅਸੂਲਾਂ ਨੂੰ ਸਿੱਖ ਵੀ ਆਪਣੇ ਨਿਯਮ ਜਾਣਦੇ ਹਨ। ਇਸ ਕਰਕੇ ਅਸੀਂ ਤੁਸੀਂ ਦੋ ਨਹੀਂ ਹੋ ਸਕਦੇ। 7 ਨਿਯਮ, ਵੇਦਾਂ ਨੂੰ ਸੱਤ ਔਰ ਹਿੰਦੂ ਧਰਮ ਦਾ ਆਧਾਰ ਮੰਨਣਾ, ਆਸਤਕਤਾ ਰੱਖਣੀ ਅਰਥਾਤ ਜੀਵ ਈਸ਼ਵਰ ਦਾ ਅਨਾਦੀਪਣਾ ਔਰ ਪੁੰਨ ਪਾਪ ਦਾ ਫਲ ਸੁਰਗ ਨਰਕ ਮੰਨਣਾ, ਆਵਾਗਮਨ ਮੰਨ ਕੇ ਮੁਕਤੀ ਦੀ ਇੱਛਾ ਰੱਖਣੀ, ਵਰਣ ਆਸ਼ਰਮ ਨੂੰ ਹਿੰਦੂ ਕੌਮ ਦਾ ਭੂਸ਼ਣ ਸਮਝਣਾ, ਮੁਰਦਿਆਂ ਨੂੰ ਫੂਕਣਾ, ਗਊ ਰੱਖਿਆ ਕਰਨੀ, ਛੂਤ ਛਾਤ ਦੇ ਵਿਸ਼ਵਾਸੀ ਹੋਣਾ। ਦੇਖੋ ਕਿੰਨਾ ਲੇਮ ਆਰਗੂਮੈਂਟ ਆ। ਅਤੇ ਮੈਂ ਵੀ ਇਹ ਸੁਣਿਆ ਵਾ ਕਿ ਹਿੰਦੂ ਅਤੇ ਸਿੱਖ ਇੱਕ ਇਸ ਕਰਕੇ ਆ ਕਿਉਂਕਿ ਜਦੋਂ ਕੋਈ ਇਨਸਾਨ ਮਰਦਾ ਵਾ ਤਾਂ ਦੋਨੇ ਧਰਮ ਜਿਹੜੇ ਆ ਉਹ ਉਹਨੂੰ ਫੂਕਦੇ ਆ, ਅੱਗ ਲਾਉਂਦੇ ਆ। ਇਹ ਕੋਈ ਲਿਟਰਲੀ ਇਹ ਕੋਈ ਸੈਂਸ ਨਹੀਂ ਬਣਦਾ ਯਾਰ, ਵੀ ਤੁਸੀਂ ਥੋੜ੍ਹੇ ਜਿਹੇ ਤਾਂ ਆਪਸ਼ਨ ਆ ਤੁਹਾਡੇ ਕੋਲ, ਜਾਂ ਤੁਸੀਂ ਉਹਨੂੰ ਦਬਾ ਦੋਗੇ ਜਾਂ ਉਹਨੂੰ ਜਲ ਪ੍ਰਵਾਹ ਕਰ ਦੋਗੇ ਜਾਂ ਉਹਨੂੰ ਸਾੜ ਦੋਗੇ। ਕਈ ਫਿਰ ਜਿਹੜੇ ਹੁੰਦੇ ਆ ਉਹ ਵਲਚਰਸ ਨੂੰ ਵੀ ਪਾ ਦਿੰਦੇ ਹੁੰਦੇ ਬਾਡੀਜ਼। ਕੁਛ ਤਾਂ ਆਪਸ਼ਨਸ ਆ। ਜੇ ਮੰਨ ਲਓ ਕਿ ਸਿੱਖਾਂ ਦੇ ਵਿੱਚ ਇਹ ਹੁੰਦਾ ਕਿ ਨਹੀਂ ਭਾਈ ਦੱਬਣਾ, ਫਿਰ ਮੁਸਲਮਾਨਾਂ ਨੇ ਕਹਿ ਦੇਣਾ ਸੀਗਾ ਕਿ ਭਾਈ ਤੁਸੀਂ ਸਾਡਾ ਹਿੱਸਾ ਵਾ, ਦੇਖੋ ਕਿਉਂਕਿ ਅਸੀਂ ਵੀ ਦੱਬਦੇ ਹਾਂ ਅਤੇ ਤੁਸੀਂ ਵੀ ਦੱਬਦੇ ਆ। ਇਹ ਕੋਈ ਸੈਂਸ ਨਹੀਂ ਬਣਦਾ, ਮਤਲਬ ਕੋਈ ਲੌਜੀਕਲ ਆਰਗੂਮੈਂਟ ਨਹੀਂ ਹੈਗਾ ਕਿ ਜੇ ਆਪਣੇ ਸੇਮ ਹੈਗੇ ਆ ਕੁਝ ਕੁ ਚੀਜ਼ਾਂ ਆਪਣੇ 'ਚ ਤਾਂ ਆਪਾਂ ਇੱਕ ਹੀ ਧਰਮ ਦੇ ਲੋਕ ਆ, ਐਂ ਨਹੀਂ ਹੁੰਦਾ। ਦੇਖਦੇ ਹਾਂ ਭਾਈ ਕਾਹਨ ਸਿੰਘ ਨਾਭਾ ਹੁਣੀ ਕੀ ਕਹਿੰਦੇ ਆ। ਸਿੱਖ ਇਹਨਾਂ 7 ਨਿਯਮਾਂ ਬਾਬਤ ਸਾਡਾ ਸਮੁੱਚਾ ਉੱਤਰ ਇਹ ਹੈ ਕਿ ਕਿਸੇ ਮਤ ਨਾਲ 1-2 ਨਿਯਮ ਮਿਲ ਜਾਣ ਕਰਕੇ ਏਕਤਾ ਨਹੀਂ ਹੋਇਆ ਕਰਦੀ, ਔਰ ਹਰੇਕ ਨਿਯਮ ਬਾਬਤ ਭਿੰਨ ਭਿੰਨ ਨਿਰਣੇ ਇਸ ਤਰ੍ਹਾਂ ਹੈ। ਪਹਿਲਾ, ਸਿੱਖ ਦੇ ਧਰਮ ਦਾ ਆਧਾਰ ਵੇਦ ਨਹੀਂ ਹੈ। ਦੇਖੋ ਇਸ ਪੁਸਤਕ ਦਾ ਅੰਗ ਪਹਿਲਾ, ਇਹ ਆਪਾਂ ਪਹਿਲਾਂ ਪੜ੍ਹ ਆਏ ਹਾਂ ਜੀ।
ਦੂਜਾ, ਆਸਤਕਤਾ ਕੇਵਲ ਹਿੰਦੂਆਂ ਵਿੱਚ ਹੀ ਨਹੀਂ ਬਲਕਿ ਜੋ ਮਤ ਪਰਮੇਸ਼ਰ ਔਰ ਕਿਸੇ ਖਾਸ ਪੁਸਤਕ ਦੇ ਮੰਨਣ ਵਾਲੇ ਹਨ ਉਹ ਸਭ ਆਸਤਕ ਹਨ। ਔਰ ਸਿੱਖ ਧਰਮ ਵਿੱਚ ਵਾਹਿਗੁਰੂ ਤੋਂ ਛੁੱਟ ਹੋਰ ਕੋਈ ਅਨਾਦਿ ਨਹੀਂ। ਔਰ ਪਾਪ ਪੁੰਨ ਦਾ ਫਲ ਸੁੱਖ ਔਰ ਦੁੱਖ ਸਾਰੇ ਆਸਤਕ ਲੋਕ ਮੰਨਦੇ ਹਨ। ਤੀਜਾ, ਆਵਾਗਮਨ ਸਿੱਖ ਔਰ ਹਿੰਦੂ ਹੀ ਨਹੀਂ ਮੰਨਦੇ ਸਗੋਂ ਪ੍ਰਾਚੀਨ ਸਮੇਂ ਵਿੱਚ ਮਿਸਰ ਔਰ ਯੂਨਾਨ ਨਿਵਾਸੀ ਵੀ ਇਸ ਬਾਤ ਦੇ ਵਿਸ਼ਵਾਸੀ ਸਨ। ਔਰ ਇੰਗਲਿਸ਼ਸਤਾਨ ਦਾ ਡਰੂਇਡ ਪਾਦਰੀ ਤਥਾ ਪਾਇਥਾਗੋਰਸ, ਐਂਪੀਡੋਕਲਸ ਆਦਿਕ ਫਿਲਾਸਫਰ ਵੀ ਆਵਾਗਮਨ ਮੰਨਣ ਵਾਲੇ ਹੋਏ ਹਨ। ਚੌਥਾ, ਵਰਨ ਆਸ਼ਰਮ ਬਾਬਰ ਦੇਖੋ ਇਸ ਪੁਸਤਕ ਦਾ ਅੰਗ 2। ਆਪਾਂ ਇਹਦੇ ਬਾਰੇ ਵੀ ਗੱਲ ਕਰ ਲਈ ਆ ਜੀ। ਪੰਜਵਾਂ, ਮੁਰਦੇ ਫੂਕਣੇ ਅਰੋਗਤਾ ਦਾ ਖਿਆਲ ਕਰਕੇ ਬਹੁਤ ਉੱਤਮ ਹਨ ਪਰ ਇਹ ਸਿੱਖ ਧਰਮ ਦਾ ਨਿਯਮ ਨਹੀਂ ਹੈ। ਸ੍ਰੀ ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਜੀ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ ਔਰ ਮੁਰਦੇ ਹਿੰਦੂ ਹੀ ਨਹੀਂ ਫੂਕਦੇ ਬਲਕਿ ਪੁਰਾਣੇ ਜ਼ਮਾਨੇ ਵਿੱਚ ਯੂਨਾਨ ਔਰ ਰੂਮ ਵਿੱਚ ਵੀ ਚਿਤਾ ਬਣਾ ਕੇ ਮੁਰਦੇ ਫੂਕੇ ਜਾਂਦੇ ਸਨ। ਔਰ ਇਸ ਵਿੱਦਿਆ ਦੇ ਸਮੇਂ ਵਿੱਚ ਬਹੁਤ ਯੂਰਪੀ ਨਿਵਾਸੀ ਮੁਰਦਿਆਂ ਦਾ ਫੂਕਣਾ ਚੰਗਾ ਸਮਝਣ ਲੱਗੇ ਹਨ। ਔਰ ਹਿੰਦੂਆਂ ਵਿੱਚ ਵੀ ਯੋਗੀ ਸੰਨਿਆਸੀ ਆਦਿਕ ਅਨੇਕ ਫਿਰਕੇ ਹਨ ਜੋ ਮੁਰਦਿਆਂ ਨੂੰ ਦੱਬਦੇ ਹਨ। ਔਰ ਅਨੰਤ ਹਿੰਦੂ ਗੰਗਾ ਆਦਿਕ ਨਦੀਆਂ ਵਿੱਚ ਮੁਰਦੇ ਪ੍ਰਵਾਉਂਦੇ ਹਨ। ਐਸੀ ਹਾਲਤ ਵਿੱਚ ਕੌਣ ਹਿੰਦੂ ਆਖ ਸਕਦਾ ਹੈ ਕਿ ਮੁਰਦੇ ਜਲਾਉਣੇ ਹਿੰਦੂ ਧਰਮ ਦਾ ਨਿਯਮ ਹੈ। 6ਵਾਂ ਪੁਆਇੰਟ, ਗਊ ਸਾਡੇ ਦੇਸ਼ ਲਈ ਲਾਭਦਾਈ ਹੈ। ਇਸ ਦੀ ਜਿਤਨੀ ਵੀ ਰੱਖਿਆ ਔਰ ਯੋਗ ਕਦਰ ਕੀਤੀ ਜਾਵੇ ਸੋ ਥੋੜ੍ਹੀ ਹੈ ਔਰ ਸਿੱਖ ਇਸ ਨੂੰ ਪੁਰਾਣਾ ਜਿਹਾ ਪਿਆਰ ਕਰਦੇ ਹਨ। ਪਰ ਗੁਰਮਤਿ ਵਿੱਚ ਗਊ ਦੀ ਕਦਰ ਔਰ ਬੇਕਦਰੀ ਹਿੰਦੂਆਂ ਜਿਹੀ ਨਹੀਂ, ਅਰਥਾਤ ਨਾ ਗਊ ਦਾ ਗੋਹਾ ਔਰ ਮੂਤ ਖਾਂਦੇ ਪੀਂਦੇ ਹਨ ਔਰ ਨਾ ਗੋਬਰ ਦਾ ਚੌਂਕਾ ਦਿੰਦੇ ਹਨ ਔਰ ਨਾ ਵੇਦ ਵਿਧੀ ਅਨੁਸਾਰ ਗਊਮੇਦ ਯੱਗ ਕਰਨ ਨੂੰ ਤਿਆਰ ਹਨ ਔਰ ਨਾ ਪ੍ਰਾਹੁਣਿਆਂ ਨੂੰ ਗੋਕਣ ਨਾਂ ਲੈ ਕੇ ਬੁਲਾਉਂਦੇ ਹਨ। ਤੇ ਇੱਕ ਲਿਖੇ ਥੱਲੇ ਲਿਖਿਆ ਜੀ, ਬ੍ਰਾਹਮਣ ਅਥਵਾ ਛਤਰੀ ਦੇ ਅਭਿਆਗਤ ਹੋਣ ਪਰ ਵੱਡਾ ਬੈਲ ਜਾਂ ਵੱਡਾ ਬੱਕਰਾ ਪਕਾਵੇ। ਵਸਿਸ਼ਟ ਸਿਮ੍ਰਿਤੀ ਅਧਿਆਇ 4। ਉੱਪਰ ਲਿਖਦੇ ਆ 7ਵਾਂ ਪੁਆਇੰਟ, ਛੂਤ ਛਾਤ ਦਾ ਭਰਮ ਸਿੱਖਾਂ ਵਿੱਚ ਮੁੱਢੋਂ ਨਹੀਂ ਹੈ। ਦੇਖੋ ਇਸ ਪੁਸਤਕ ਦਾ ਅੰਗ 8। ਇਹ ਵੀ ਆਪਾਂ ਜਿਹੜੇ ਆ ਪੜ੍ਹ ਕੇ ਆਏ ਹਾਂ ਜੀ। ਪਿਆਰੇ ਹਿੰਦੂ ਜੀ, ਆਪ ਦਾ ਇਹਨਾਂ ਨਿਯਮਾਂ ਨੂੰ ਆਲਮਗੀਰ ਆਖਣਾ ਕੇਵਲ ਅਗਿਆਨ ਹੈ। ਇੱਥੇ ਆਪਾਂ ਵਿਸ਼ਰਾਮ ਲਾਉਣੇ ਆ ਜੀ ਅੱਜ ਦਾ। ਮੇਰੇ ਹਿਸਾਬ ਨਾਲ ਇਹ ਬਸ ਕੰਪਲੀਟ ਹੀ ਹੋਣ ਵਾਲੀ ਹੈ ਕਿਤਾਬ। ਇਹਦਾ ਇੱਕ ਹੀ ਪਾਰਟ ਹੋਰ ਬਣੂਗਾ ਅਤੇ ਉਹ ਅਗਲੇ ਪਾਰਟ 'ਚ ਫਿਰ ਆਪਾਂ ਜਿਹੜਾ ਸਾਰਾ ਕੁਛ ਕਨਕਲੂਡ ਕਰ ਦਾਂਗੇ ਅਤੇ ਉਸ ਤੋਂ ਬਾਅਦ 'ਚ ਜਿਹੜੀ ਸੀਰੀਜ਼ ਆ ਇਹ ਵੀ ਇੱਥੇ ਹੀ ਖ਼ਤਮ ਹੋ ਜੂਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।